ਸਤਿਗੁਰੂ ਕਹਿੰਦੇ ਬੰਦਿਆ ਦੇਹ ਦਾ ਗਰਭ ਕਰਦਾ ਹੈ, ਗਰਭ ਕਰਤ ਹੈ ਦੇਹ ਕੋ ਦੇਹ ਸਰੀਰ ਬਿਨਸੈ ਛੇਨ ਮੈਂ ਨੀਤ ਜਿਹਦਾ ਗਰਭ ਕਰਦਾ ਨਾ ਹੰਕਾਰ ਕਰਦਾ ਇਹਨੇ ਬਿਨਸਣ ਲੱਗਿਆ ਟਾਈਮ ਨਹੀਂ ਲਾਉਣਾ। ਛਿੜ ਗਿਆ ਮਾਰੋ ਇੱਕ ਛਿੜ ਅੱਖ ਝੱਕਣ ਦੇ ਸਮੇਂ 'ਚ ਇਹਨੇ ਮਿੱਟੀ ਹੋ ਜਾਣਾ। ਕਈ ਵਾਰੀ ਨਾ ਤੁਸੀਂ ਵੇਖਦੇ ਹੋ ਵੀ ਖੜਾ ਖੜੋਤਾ ਬੰਦਾ ਡਿੱਗ ਪੈਂਦਾ ਇੱਕ ਛੇੜ ਹੀ ਲੱਗਦਾ ਅੱਖ ਝੱਕਣ ਦੇ ਸਮੇਂ ਦੇ ਵਿੱਚ ਉਹਦੀ ਮੌਤ ਬਾਅਦ ਕਹਿੰਦੇ ਦਿਲ ਧਾਮ ਕਰਦਾ। ਬਹੁਤ ਵਾਰੀ ਸਤਿਗੁਰਾਂ ਦੇ ਅੱਗੇ ਦਿਸਦਾ ਫਿਰ ਬਖਸ਼ਿਸ਼ ਕਰ ਰਹੇ ਨੇ ਕਿਆ ਪਰਵਾਸਾ ਇਸ ਭਾਂਡੇ ਦਾ, ਇਸ ਭਾਂਡੇ ਦਾ ਮਿੱਟੀ ਦਾ ਭਾਂਡਾ ਦਾ ਕੋਈ ਭਰੋਸਾ, ਕੱਚੇ ਭਾਂਡੇ ਦਾ ਕੋਈ ਭਰੋਸਾ ਨਹੀਂ ਹੁੰਦਾ। ਇਤਨਾ ਕੁ ਲੱਗ ਗਏ ਕਣਕਾ ਥੋੜਾ ਜਿਹਾ ਠੋਕਰ ਲੱਗੀ ਨਾ ਟੁੱਟ ਜਾਂਦੇ ਨਾਲ ਬੱਚੇ ਖੇਡਦੇ ਉਹਨਾਂ ਕੱਲੇ ਦੇ ਉਹ ਕੱਚ ਦੇ ਔਰ ਕੱਚੇ ਬਰਤਨ ਬਚਾ ਕੇ ਰੱਖੇ ਜਾਂਦੇ ਬੌਲ ਲੱਗਦੀ ਉਹਦੀ ਜੋ ਸ਼ੀਸ਼ਾ ਟੁੱਟ ਜਾਂਦਾ ਹੈ, ਕੱਚਾ ਘੜਾ ਟੁੱਟ ਜਾਂਦਾ ਨਾਲ ਫਿਰ ਕੱਚੀ ਚੀਜ਼ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ਮਰਦ ਕਿਤੇ ਟੁੱਟਣ ਲੱਗੇ ਇੱਕ ਛੇੜ ਨਹੀਂ ਲੱਗਦਾ। ਭਗਤ ਜੀ ਨੇ ਕਿਹਾ ਕਬੀਰਾ ਘੂਰ ਸਕੇਲ ਕੇ ਕੁੜੀਆਂ ਬੰਦੀ ਦੇ ਮਿੱਟੀ ਇਕੱਠੀ ਕਰਕੇ ਨਾ ਕੁੜੀ ਬੰਨੀ ਹੋਈ ਹੈ ਰੱਬ ਨੇ ਮਿੱਟੀ ਤੇ ਇਕੱਠੀ ਹੈ ਸਾਡਾ ਸਰੀਰ ਹੋ ਕੀ ਹੈ। ਤੁਸੀਂ ਆਪ ਨਾ ਰੇਤਾ ਇਕੱਠੀ ਕਰਕੇ ਕੁੜੀ ਬੰਨਦੇ ਹੋ। ਧੂਰ ਸਕੇਲ ਕੇ ਕੁੜੀਆਂ ਬੰਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇਗੀ ਇਹ ਹੈ ਮਿੱਟੀ ਹੈ ਕੁੜੀ ਚ ਬੰਨੀ ਹੈ। ਉਹ ਕਾਗਜ਼ ਦੇ ਵਿੱਚੋਂ ਇੱਕ ਰੇਤਾ ਦੇ ਸਿਰਕ ਜਾਂਦੀ ਹੈ। ਮਰਦ ਕਹਿੰਦੇ ਇਤਨਾ ਮਿੱਟੀ ਇਕੱਠੀ ਕੀਤੀ ਤੇਰਾ ਸਰੀਰ ਅਸੀਂ ਮਿੱਟੀ ਦੇ ਬਣੇ ਤਾਂ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਿੱਟੀ ਦਾ ਸਰੀਰ ਕਿਵੇਂ ਨੱਚਦਾ ਫਿਰਦਾ ਹੈ। ਮਰਦ ਕਹਿੰਦੇ ਬਿਨਸੈ ਛੇੜ ਮੈਂ ਨੀਤ ਜਾਂ ਅਸੀਂ ਬਚਨ ਪੜ੍ਹਦੇ ਕਬੀਰ ਮਾਟੀ ਕੇ ਹੱਥ ਪੁੱਤਰੇ ਮਾਨਸ ਰਾਖਿਓ ਨਾਓ ਹੈ ਮਿੱਟੀ ਦੇ ਪੁੱਤਰੇ ਆ ਮਨੁੱਖ ਅਸੀਂ ਨਾਲ ਖਾਇਆ ਹੋਇਆ ਬਣਿਆ ਵੀ ਸਰੀਰ ਮਿੱਟੀ ਦਾ ਹੀ ਹੈ। ਵੈਸੇ ਸਾਨੂੰ ਵੇਖਣ ਵਾਲੇ ਮਨੁੱਖ ਕਹਿੰਦੇ ਆ। ਮਹਾਰਾਜ ਕਹਿੰਦੇ 4 ਦਿਵਸ ਕੇ ਪਹੁਣੇ 4 ਦਿਨਾਂ ਦੀ ਪ੍ਰਾਹੁਣੇ ਹੈ। ਪਹੁਣਾ ਪ੍ਰਾਹੁਣੇ ਨੂੰ ਕਹਿੰਦੇ। ਗੁਰੂ ਅਰਜਨ ਸਾਹਿਬ ਜੀ ਵੀ ਕਹਿੰਦੇ ਆ ਜੈਸੇ ਰੈਣ ਪ੍ਰਾਹੁਣੇ ਉੱਠ ਚੱਲਸੈ ਪ੍ਰਭਾਤ ਸਵੇਰ ਹੁੰਦਿਆਂ ਨੂੰ ਤੂੰ ਤੁਰ ਜਾਣਾ ਹੈ। ਪ੍ਰਾਹੁਣਾ ਕਿੰਨਾ ਕੁ ਚਿਰ ਰਹਿੰਦਾ ਹੈ? 1 ਰਾਤ 2 4 10 ਰਾਤਾਂ ਟਿਕ ਜਾਏਗਾ, ਅਖੀਰ ਨੂੰ ਜਾਣਾ ਪੈਣਾ। ਬਸ ਅਸੀਂ ਵੀ ਇਸ ਤਰ੍ਹਾਂ ਹੀ ਹੋ ਸਕਦਾ 1 ਦਿਨ ਹੋਰ 10 ਦਿਨ ਹੋਰ ਮਹੀਨਾ ਸਾਲ 2 ਸਾਲ 4 ਸਾਲ 5 ਸਾਲ 10 ਸਾਲ ਜਾਣਾ ਤੇ 1 ਦਿਨ ਹੈ ਹੀ ਹੈ। ਉਦਾਹਰਨ ਦਿੱਤੀ ਵੀ ਪ੍ਰਾਹੁਣਾ 1-2 ਰਾਤਾਂ ਹੀ ਟਿਕਦਾ। ਵੈਸੇ ਅਸੀਂ ਇੱਕ ਦਮਦੇ ਹਾਂ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਹਮ ਆਦਮੀ ਹਾਂ ਇੱਕ ਦਮੀ ਹੋ ਸਕਦਾ ਆਇਆ ਪ੍ਰਾਹੁਣਾ ਤੇ ਰਾਤ ਰਹਿ ਪਏ ਵੀ ਉਹ ਸਵੇਰੇ ਜਾਏ ਤਾਂ ਸਵੇਰੇ ਵੀ ਕਈ ਵਾਰੀ ਆਪਾਂ ਜ਼ੋਰ ਲਾਉਣੇ ਨਹੀਂ ਜੀ 1 ਰਾਤ ਹੋਰ ਜੇ ਚੰਗਾ ਬੰਦਾ ਹੋਵੇ ਨਾ ਉਹਨੂੰ ਫਿਰ ਰੋਕਿਆ ਜਾਂਦਾ ਕਹਿੰਦੇ ਨਹੀਂ 1 ਰਾਤ ਹੋਰ ਲਾਓ ਭਾਵੇਂ ਜਿਵੇਂ ਮਰਜ਼ੀ। ਫਿਰ ਉਹ ਵੀ ਕੰਮ ਸੰਕੋਚ ਲੈਂਦਾ ਪਿਆਰ ਵੇਖਦਾ। ਹੋ ਸਕਦਾ ਰਿਸ਼ਤੇਦਾਰ 2 ਰਾਤਾਂ ਲਾ ਦੇ ਅਸੀਂ 2 ਰਾਤਾਂ ਨਹੀਂ ਕੱਢਣੀਆਂ। ਸਾਡੇ ਕੋਲ 2 ਰਾਤਾਂ ਦਾ ਸਮਾਂ ਨਹੀਂ ਹੈ। ਚਲੋ ਮਹਾਰਾਜ ਨੇ ਸਮਝਾਇਆ ਵੀ ਪ੍ਰਾਹੁਣੇ ਦੀ ਤਰ੍ਹਾਂ ਤੂੰ ਆਇਆ। ਪ੍ਰਾਹੁਣੇ ਨੇ ਤੁਰ ਇਹ ਘਰ ਵਾਲਿਆਂ ਨੂੰ ਵੀ ਪਤਾ ਜਿਹਦੇ ਘਰੇ ਪ੍ਰਾਹੁਣਾ ਆਇਆ ਪ੍ਰਾਹੁਣੇ ਨੂੰ ਵੀ ਪਤਾ ਵੀ ਮੈਂ ਚਲੇ ਜਾਣਾ। ਮਹਿਮਾਨ ਨੂੰ ਪਤਾ ਹੈ ਵੀ ਕਿੰਨੇ 1-2 ਰਾਤ ਹੀ ਰਹਾਂਗਾ। ਘਰ ਵਾਲਿਆਂ ਨੂੰ ਵੀ ਪਤਾ ਭਾਈ 1-2 ਦਿਨ ਹੀ ਰਹਿਣਾ ਇਹਨੇ ਚਲੇ ਜਾਣਾ। ਮਹਾਰਾਜ ਕਹਿੰਦੇ ਐ 4 ਦਿਵਸ ਕੇ ਪਹੁਣੇ 4 ਦਿਨ ਹੀ ਰਹਿ ਸਕਦਾ ਤੂੰ। ਵੱਡ ਵੱਡ ਰੂੰਦੇ ਠਾਓ ਕਹਿੰਦੇ ਵੈਸੇ ਤੂੰ ਵੱਡ ਵੱਡ ਰੂੰਦੇ ਹੋਰ ਚੀਜ਼ਾਂ ਇਕੱਠੀਆਂ ਕਰਦਾ ਵੀ ਤੇਰੀ ਜਕੜ ਸੰਸਾਰ ਵੱਲ ਵੱਧਦੀ ਹੈ। ਤੂੰ 4 ਦਿਨਾਂ ਦਾ ਪ੍ਰਾਹੁਣਾ। ਮਹਾਰਾਜ ਨੇ ਕਿਹਾ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ 4 ਜਵਾਨੀ ਪੈਸਾ ਫੁੱਲ 4 ਦਿਨ ਦੀ ਖੇਡ ਹੈ। ਬਸ ਤੇਰੇ ਕੋਲ 4 ਦਿਨ ਹੀ ਹੈ। ਮਹਾਰਾਜ ਨੇ ਅੱਗੇ ਜਾ ਕੇ ਇਸ ਭੋਗ ਦੇ ਸਲੋਕਾਂ 'ਚ ਕਹਿਣਾ ਵੀ ਪਰੋ ਆਜ ਕੇ ਕਾਲ ਅੱਜ ਜਾਂ ਕੱਲ ਨੂੰ ਤੂੰ ਮੌਤ ਦੇ ਮੂੰਹ 'ਚ ਪੈ ਜਾਣਾ। ਅੱਜ ਜਾਂ ਕੱਲ ਬਹੁਤਾ ਸਮਾਂ ਸਾਡੇ ਕੋਲ ਨਹੀਂ ਹੈ। ਅਸੀਂ ਆਏ ਹਾਂ ਸਾਰਿਆਂ ਦੀ ਉਮਰ ਜਿੰਨੀ ਕੋ ਪਤਾ ਇੰਨੇ ਸਾਲ ਹੋ ਗਏ ਜਾਣਾ ਕਦੋਂ ਹੈ ਇਸ ਗੱਲ ਤੋਂ ਬਿਲਕੁਲ ਬੇਖਬਰ ਹੈ। ਇਹ ਤੇ ਗੱਲ ਇਹ ਨਹੀਂ ਵੀ ਕੋਈ ਛੋਟਾ ਹੈ ਕੋਈ ਵੱਡਾ ਹੈ ਕੋਈ ਜਵਾਨ ਹੈ ਕੋਈ ਬਜ਼ੁਰਗ ਹੈ ਕੀ ਪਤਾ ਕਿਹਦੇ ਕੋਲ ਕਿੰਨਾ ਕੁ ਸਮਾਂ ਹੈ।
ਉਹ ਬਾਬਾ ਫਰੀਦ ਜੀ ਨੇ ਕਿਹਾ ਨਾ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ। ਉਹ ਕੇਲਾਂ ਫਿਰ ਵਿੱਚੇ ਹੀ ਵਿਸਰ ਜਾਂਦੇ। ਜੋ ਮਨ ਚੇਤ ਨਾ ਚੇਤੇ ਸਨ ਸੋ ਗੱਲ ਨਹੀਂ ਰੱਬ। ਜਿਹੜੀਆਂ ਚੇਤੇ ਨਹੀਂ ਹੋਣਾ ਸੀ, ਮੌਤ ਥੋੜੀ ਚੇਤੇ ਕਰੀ ਬੈਠੇ ਆ, ਪਰ ਉਹ ਗੱਲਾਂ ਵਾਪਰਨੀਆਂ ਹੈ। ਜਿਹੜੀ ਗੱਲ ਚੇਤੇ ਮੌਤ ਆਉਂਦੀ ਹੈ ਉਹ ਲੈ ਜਾਂਦੀ ਹੈ। ਦੋ ਬੜੀਆਂ ਵਧੀਆ ਉਦਾਹਰਨਾਂ ਮੈਂ ਕਿਤੇ ਅੰਤਿਮ ਅਰਦਾਸ ਤੇ ਬੇਨਤੀ ਕਰਾਂ, ਜ਼ਰੂਰ ਸੁਣਾਉਂਦਾ ਹੁੰਦਾ ਵੀ ਮਨੁੱਖ ਦਾ ਕੋਈ ਤਬਾਰ ਨਹੀਂ ਹੈ। ਬਾਬਾ ਫਰੀਦ ਜੀ ਨੇ ਕਿਹਾ ਮਨੁੱਖ ਬਗਲੇ ਦੀ ਤਰ੍ਹਾਂ, ਮੌਤ ਬਾਜ਼ ਦੀ ਤਰ੍ਹਾਂ। ਉਹਨਾਂ ਨੇ ਇੱਕ ਘਟਨਾ ਵੇਖੀ ਵੀ ਇੱਕ ਬਗਲਾ ਮੱਛੀ ਨਾਲ ਕੀਲ ਕਰਦਾ, ਮੱਛੀ ਨੂੰ ਉਹਦੇ 'ਚ ਪਕੜਦਾ, ਫਿਰ ਪਾਣੀ 'ਚ ਸੁੱਟ ਦਿੰਦਾ, ਫਿਰ ਪਕੜ ਲੈਂਦਾ। ਉਹ ਬਾਬਾ ਫਰੀਦ ਜੀ ਤੁਰੇ ਜਾਂਦੇ ਹੈ, ਉਹਨਾਂ ਨੇ ਇਹ ਘਟਨਾ ਵੇਖੀ ਤੇ ਜਦੋਂ ਘਟਨਾ ਵੇਖੀ ਬਾਜ਼ ਵਰਗਾ ਕੇਲ ਕਰੇਂਦੇ ਹੰਝ ਬਾਜ਼ ਨੂੰ, ਹੰਝ ਜਿਹੜਾ ਨਾ ਹੰਸ ਨੂੰ ਕਹਿੰਦੇ, ਬਾਜ਼ ਮੌਤ, ਹੰਸ ਤੇ ਬਾਜ਼ ਨੂੰ ਕੁਝ ਨਹੀਂ, ਬਗਲੇ ਨੂੰ ਕੁਝ ਨਹੀਂ ਸਮਝਾਇਆ ਜਾ ਸਕਦਾ। ਜੋ ਵੀ ਨਾਮ ਪੰਛੀਆਂ ਦੇ ਆ, ਪਸ਼ੂਆਂ ਦੇ ਆ, ਪਸ਼ੂ ਪੰਛੀ ਨੂੰ ਚਲੋ ਕੋਈ ਸਿੱਖਿਆ ਵੈਸੇ ਦੇ ਸਕਦਾ, ਔਰ ਉਹਨਾਂ ਨੂੰ ਮਨੁੱਖ ਵਾਂਗੂ ਨਹੀਂ ਸਮਝਾਇਆ ਜਾ ਸਕਦਾ ਵੀ ਇਹ ਗੱਲ ਸਮਝ ਵੀ ਸਾਡੀ ਮੌਤ ਨਹੀਂ ਹੋਣੀ ਹੈ। ਉਹ ਇਹ ਤਾਂ ਸਮਝਣਗੇ ਬੋਲਣਾ ਕਿਵੇਂ, ਤੁਹਾਡੇ ਪਿੱਛੇ ਬੋਲ ਲੈਣਗੇ, ਉਹਨੂੰ ਤੁਸੀਂ ਡਾਰੀ ਮਾਰ ਕੇ ਸਿਖਾ ਸਕਦੇ ਹੋ, ਉਹ ਤੁਹਾਡੀ ਥੋੜ੍ਹੀ ਬੜੀ ਗੱਲ, ਪਰ ਇਹ ਨਹੀਂ ਸਮਝ ਸਕਦੇ ਵੀ ਅਸੀਂ ਇੱਕ ਦਿਨ ਜਾਣਾ ਵੀ ਹੈ। ਅਗਲੇ ਜਿਹੜਾ ਪਸ਼ੂ ਪੰਛੀ ਹੈ ਨਾ, ਉਹ ਮੌਕੇ ਤੇ ਤੁਸੀਂ ਜੋ ਹੋ ਰਿਹਾ ਉਹਨੂੰ ਸਮਝ ਜਾਂਦਾ, ਤੁਹਾਡੇ ਸਾਰੇ ਨੂੰ ਸਮਝੇਗਾ, ਪਰ ਅਗਲੀ ਗੱਲ ਨਹੀਂ ਸਮਝੇਗਾ ਕੀ ਹੋਣਾ। ਮਨੁੱਖ ਇਹ ਗੱਲ ਨਹੀਂ ਸਮਝਦਾ। ਘਟਨਾ ਤੇ ਉਹ ਬਗਲੇ ਤੇ ਬਾਜ਼ ਨਾਲ ਵਾਪਰੀ ਹੈ, ਸਮਝਾਇਆ ਸਾਨੂੰ ਬਾਬਾ ਫਰੀਦ ਜੀ ਨੇ। ਉਹ ਮੱਛੀ ਨਾਲ ਬਗਲਾ ਕੇਲ, ਹੰਸ ਵਰਗਾ ਬਗਲਾ ਹੰਸ ਵਰਗਾ, ਉਹਦਾ ਸਰੀਰ ਹੰਸ ਵਰਗਾ ਹੁੰਦਾ। ਉਹ ਕੇਲ ਕਰ ਰਿਹਾ, ਅਸੀਂ ਤੇ ਮੱਛੀ ਨੂੰ ਖਾਣਾ ਚਾਹੁੰਦਾ ਹੈ, ਪਰ ਮੱਛੀ ਨੂੰ ਖਾਣ ਤੋਂ ਪਹਿਲਾਂ ਬਾਜ਼ ਬਗਲੇ ਨੂੰ ਝਪਟਾ ਮਾਰ ਦਿੰਦਾ। ਮਹਾਰਾਜ ਕਹਿੰਦੇ ਸਾਡੇ ਕੋਲ ਇੰਨਾ ਕੀ ਸਮਾਂ ਹੈ, ਇੰਨਾ ਕੀ ਸਮਾਂ। ਬੰਦਿਆਂ ਤੋਂ ਇੱਕ ਵਾਰੀ ਇਸ ਤਰ੍ਹਾਂ ਜਿਵੇਂ ਬਾਜ਼ ਬਗਲੇ ਨੂੰ ਝਪਟਾ ਮਾਰ ਗਿਆ, ਸਾਡੀ ਅੱਖਾਂ ਸਾਹਮਣੇ ਕੋਈ ਘਟਨਾ ਵਾਪਰੀ, ਅਸੀਂ ਉਹ ਲਿਖ ਲਈਏ ਜਦੋਂ ਸਿੱਖਿਆ ਮਿਲਦੀ ਹੈ। ਬਾਬਾ ਜੀ ਨੇ ਹੀ ਕੀਤਾ, ਘਟਨਾ ਸਾਡੇ ਸਾਹਮਣੇ ਵਾਪਰਦੀ ਹੈ, ਪਰ ਅਸੀਂ ਉਹਦੇ ਤੋਂ ਸਿੱਖਿਆ ਕੁਝ ਨਹੀਂ ਲੈਂਦੇ ਹਾਂ। ਜਿਹਨੇ ਸਿੱਖਿਆ ਲੈ ਕੇ ਉਹੀ ਘਟਨਾ ਤੋਂ ਵੀ ਕਹਿੰਦਾ ਵੀ ਇਸ ਤਰ੍ਹਾਂ ਮੌਤ ਬੰਦੇ ਨੂੰ ਲੈ ਜਾਂਦੀ ਜਿਵੇਂ ਬਾਜ਼ ਬਗਲੇ ਨੂੰ ਝੂਠ ਲੈ ਜਾਂਦੇ। ਜਾਂ ਭਗਤ ਕਬੀਰ ਜੀ ਨੇ ਮਨੁੱਖ ਨੂੰ ਚੂਹਾ ਕਿਹਾ, ਮੌਤ ਨੂੰ ਬਿੱਲਾ ਕਿਹਾ, ਮਾਨਸ ਬਪੁਰਾ ਮੂਸਾ ਕੀ ਨੂੰ ਬੀਚ ਬਲਈਆ ਗਈ ਹੈ। ਫਿਰ ਸਾਡੇ ਅਗਲਾ ਪਤਾ ਨਹੀਂ ਨਾ ਕਦੋਂ ਬਿੱਲੇ ਨੇ ਖਾ ਜਾਣਾ ਮਨੁੱਖ ਨੂੰ, ਕੀ ਚੂਹੇ ਨੂੰ, ਜਾਂ ਬਾਜ਼ ਨੇ ਕਦੋਂ ਬਗਲੇ ਨੂੰ ਝਪਟਾ ਮਾਰ ਲੈਣਾ। ਇਸ ਗੱਲ ਨੂੰ ਅਸੀਂ ਦੇਖ ਸਕਦੇ ਹਾਂ। ਇਹ ਘਟਨਾ ਚਲੋ ਆਪ ਜੀ ਨਾਲ ਸਾਂਝੀ ਕਰੀਏ ਵੀ ਗੁਰੂ ਸਾਹਿਬ ਜੀ ਇੱਕ ਨਦੀ ਤੋਂ ਬੈਠੇ, 10ਵੇਂ ਪਾਤਸ਼ਾਹ ਕਵੀ ਸੁਰਜੀਤ ਸਿੰਘ ਦਾ ਸ਼ਾਮ ਦਾ ਪ੍ਰਸੰਗ ਹੈ। ਉਹ ਮੱਛੀ ਨਾਲ ਨਦੀ 'ਚ ਤਾਰੀਆਂ ਲਾ ਲਈ, ਸੌਣ ਦਾ ਮਹੀਨਾ ਸੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੱਛੀ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਬਾਰਿਸ਼ ਹੁੰਦੀ ਹੈ। ਉਹ ਤਾਰੀਆਂ ਲਾ ਲਈ ਤੇ ਇੱਕ ਹਿਰਨ ਪਾਣੀ ਪੀਣ ਆ ਜਾਂਦਾ ਹੈ। ਉਹ ਮੱਛੀ ਜਦੋਂ ਛਲਾਂਗ ਲਾਉਂਦੀ ਹਿਰਨ ਦੇ ਸਿੰਘਾਂ 'ਚ ਡਿੱਗ ਪੈਂਦੀ ਹੈ। ਉੱਪਰ ਦੀ ਉਹ ਇੱਲ ਜਾ ਕੇ ਵੀ ਇੱਲ ਮੱਛੀ ਨੂੰ ਪਕੜਨਾ ਚਾਹੁੰਦੀ ਹੈ। ਮੱਛੀ ਦੀ ਸਕਿੱਲ ਚਮਕਦੀ ਹੈ ਜਦੋਂ ਸੂਰਜ ਦੀਆਂ ਕਿਰਨਾਂ ਪਈਆਂ ਚਮਕੀ। ਉਹ ਇੱਲ ਨੇ ਮੱਛੀ ਨੂੰ ਝਪਟਾ ਮਾਰਿਆ, ਪਰ ਇੱਲ ਦੇ ਖੰਭ ਨੂੰ ਫਸ ਗਏ ਹਿਰਨ ਦੇ ਸਿੰਘਾਂ 'ਚ। ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨਾ ਚਾਹੁੰਦਾ ਸੀ, ਨਦੀ ਦੇ ਦੂਸਰੇ ਕੰਢੇ ਉਹਨੇ ਗੋਲੀ ਮਾਰੀ, 3 ਜਣਿਆਂ ਦੀ ਮੌਤ ਹੋ ਗਈ। ਮੱਛੀ, ਇੱਲ ਤੇ ਹਿਰਨ ਦੇ ਫੁੱਟ ਕੇ ਡਿੱਗ ਪਏ ਧਰਤੀ ਤੇ। ਉਹ ਭਾਈ ਨੰਦ ਲਾਲ ਸਿੰਘ ਬੜੇ ਹੈਰਾਨ ਹੋਏ, ਕਹਿੰਦੇ ਮਹਾਰਾਜ ਇਹਨਾਂ ਦਾ ਜਨਮ ਅਲੱਗ-ਅਲੱਗ ਜਗ੍ਹਾ 'ਤੇ ਹੋਇਆ। ਮੱਛੀ ਪਾਣੀ 'ਚ ਰਹਿਣ ਵਾਲੀ, ਹਿਰਨ ਧਰਤੀ 'ਤੇ ਤੇਜ਼ ਦੌੜਨ ਵਾਲਾ, ਔਰ ਜਿਹੜੀ ਇੱਲ ਉਹ ਆਕਾਸ਼ 'ਚ ਉੱਡਦੀ ਹੈ। ਤੇ ਮਹਾਰਾਜ ਮੌਤ ਇੱਕਦਮ, ਤੇ ਮਹਾਰਾਜ ਕਹਿੰਦੇ ਜਨਮ ਅਲੱਗ-ਅਲੱਗ ਜਗ੍ਹਾ 'ਤੇ ਇਹਨਾਂ ਨੂੰ ਮਿਲਿਆ ਸੀ, ਮੌਤ ਇੱਕ ਜਗ੍ਹਾ 'ਤੇ ਹੋਣੀ। ਰੱਬ ਨੇ ਲਿਖਿਆ ਹੀ ਐ ਸੀ, ਜੋ ਲਿਖਿਆ ਸੋ ਬੰਦਾ ਨਾਮ ਪੇਟ ਨਾ ਛੱਡੇ। ਮਹਾਰਾਜ ਕਹਿੰਦੇ ਨੰਦ ਲਾਲ ਤੈਨੂੰ ਹੋਰ ਵੀ ਕੁਝ ਵਿਖਾਉਣੇ ਅੱਗੇ ਗਏ, ਤੇ ਉੱਥੇ ਮਹਾਰਾਜ ਨੇ ਬਚਨ ਵੀ ਕਹੇ ਸਨ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਏ। ਅਸੀਂ ਕਾਲ ਦੇ ਅਧੀਨ ਨੇ, ਮੌਤ ਨੇ ਪਤਾ ਨਹੀਂ ਕਿੱਥੇ ਚੱਲ ਜਾਣਾ। ਬਾਬਾ ਕਬੀਰ ਜੀ ਨੇ ਇਹੀ ਤੇ ਗੱਲ ਕਹੀ ਹੈ ਵੀ ਬਿੱਲੇ ਨੇ ਪਤਾ ਨਹੀਂ ਕਿੱਥੇ ਚੂਹੇ ਨੂੰ ਝਪਟਾ ਮਾਰਨਾ, ਬਾਜ਼ ਨੇ ਬਗਲੇ ਨੂੰ ਪਤਾ ਨਹੀਂ ਕਿੱਥੇ ਝਪਟਾ ਮਾਰਨਾ। ਮਹਾਰਾਜ ਕਹਿੰਦੇ ਨੰਦ ਲਾਲ ਤੈਨੂੰ ਹੋਰ ਵੀ ਕੁਝ ਵਿਖਾਉਣੇ। ਉਹ ਨਦੀ ਦੇ ਦੂਸਰੇ ਕੰਢੇ ਚਲੇ ਗਏ ਜਿੱਥੋਂ ਸ਼ਿਕਾਰੀ ਨੇ ਗੋਲੀ ਮਾਰੀ। ਉਹ ਸ਼ਿਕਾਰੀ ਵੀ ਮਰਿਆ ਪਿਆ ਹੈ ਜੀ, ਜਿਹਨੇ ਗੋਲੀ ਚਲਾਈ, ਜਿਹਦੀ ਗੋਲੀ ਨਾਲ 3 ਜੀਵਾਂ ਦੀ ਮੌਤ ਹੋ ਗਈ। ਭਾਈ ਨੰਦ ਲਾਲ ਸਿੰਘ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਸਮਝ ਕੋਈ ਨਹੀਂ ਆਈ, ਸ਼ਿਕਾਰੀ ਨੇ ਗੋਲੀ ਚਲਾਈ, ਮੱਛੀ, ਇੱਲ, ਹਿਰਨ ਬਣ ਗਿਆ, ਮਹਾਰਾਜ ਇਹਨੂੰ ਕਿੰਨੇ ਮਾਰਦਾ। ਮਹਾਰਾਜ ਕਹਿੰਦੇ ਥੋੜ੍ਹਾ ਜਿਹਾ ਅੱਗੇ ਚੱਲੋ। ਅੱਗੇ ਗਏ ਇੱਕ ਸੱਪ ਮਰਿਆ ਜਿਹਦੀ ਖੋਪੜੀ ਟੁੱਟੀ ਹੋਈ ਹੈ।
महाराज समझ कोई नहीं आई। महाराज कहते जो इन्हें शिकारी को गोली मारी ना, उस समय इन्हें पैर से सप लड़ गया सी, आ जो मरिया पै जी सरी बजी। तो दूसरी गोली इन्हें अपने मरण तो पहला सप की सरी च मार दी। 5 जीव मर के बचिया कोई नहीं। काल पाए ब्रह्मा बाप धरा, काल पाए सिंह जू अवतरा, काल पाए परम विष्णु प्रकाशा, सगो काल कर दिया तमाशा। एक काल के तमाशे च असी ना एक डायरैक्टर फिल्म बनाता है, वो रोल देता है। तो कई बार फिल्म के रब च किसी एक्टर को मरना पैंदा है, कोई खीर तक जाता है, वो विलन खीर से जाके मरता है, हीरो मरते बस आओ बिठाया जाता है। रब ने सानू करैक्टर देते हैं, रोल देते हैं कि तू कितने जाके पढ़ना है। पर बाद असी एक चलो थिएटर समझ लो संसार को, असी परिवार में चलते हैं, वो डायरैक्टर के हथ च भी उन्हें सानू कितने मारना है, रब के हथ च है। असी परिवार का कितने एक साथ छड़ जाना, या परिवार ने साडा कितने साथ छड़ना। महाराज कहते 4 दिन के पहुने 4 दिन की पहुन नहीं है, बन बन खाओ। मर्ज कहते शरीर का कोई भरोसा नहीं, जाना एक दिन है। अनेकों बचन सतगुरां ने सानू बख्शिश की है। मर्ज कहते हैं कि बंदिया ये देह का परिभाषा उन्होंने क्या परिभाषा इस भांडे का दास ने पहला बेनती की। इतना भुलंग है खड़का मिट्टी का है ना, कच्चा है ना, तो कच्चे में तो माड़ी जी ठोकर लगते वेले फुट जाता है। कबीर माटी के हाथ उतरे मानस राखे नाओ, कि मनुख नाम रखा 4 दिवस के पौन ने बढ़ बढ़ खाओ। जा कबीर हो तब जाएगा सबू ना देहो को होर, नागे पाऊ दे गए जिनके लाख करोड़ लखा करोड़ा के मान करने वाले, हंकार करने वाले, नंगे पैरी शरीर भी नहीं रहा, धन भी नहीं रहा। मर्ज कभी मान नहीं करते रहे। जब महाराज पैरों की गल की है, दस ने बहुत बारी आपने को याद कराया, पर फिर महाराज कहते उपजे निपजे निपजे निपज समाई, नैने देख इहो जग जाई। असीं अखां नाल देखते हैं, नैन अखां नूं कहंदे ਇਹਦੇ ਵੇਖਦੇ ਜੱਗ ਤੁਰਿਆ ਜਾਂਦਾ, ਕਿੰਨੇ ਤੁਰ ਕੇ ਸਾਡੇ ਪਈਦੇ ਰਹਿੰਦੇ ਆ। ਤੁਸੀਂ ਕਿਤੇ ਫੰਕਸ਼ਨ ਦੀ ਐਲਬਮ ਵਿੱਚ ਚੱਲੇ ਹੋ, ਉਹ ਤੁਹਾਡੇ ਵਿਆਹ ਦੀ ਹੋਵੇ, ਉਹ ਕਿਤੇ ਤੁਹਾਡੇ ਪਹਿਲੇ ਬੱਚੇ ਦੇ ਜਨਮ ਦੀ ਹੋਵੇ, ਤੁਹਾਨੂੰ ਇਹੋ ਜਿਹੇ ਸਰੀਰ ਅਨੇਕਾਂ ਵਿੱਚੋਂ ਮਿਲਣਗੇ ਜਿਹੜੇ ਹੁਣ ਸੰਸਾਰ 'ਚ ਨਹੀਂ ਹੈ, ਜਿਹੜੇ ਸੰਸਾਰ 'ਚ ਨਹੀਂ ਜਾ ਚੁੱਕੇ। ਕਿਸੇ ਸਮੇਂ ਸਾਡਾ ਮੇਲ ਸੀ ਜਿਹਨਾਂ ਨੂੰ ਅਸੀਂ ਭੁੱਲ ਚੁੱਕੇ। ਤੁਹਾਨੂੰ ਕੋਈ ਐਲਬਮ ਪਕੜਿਆ ਯਾਦ ਆਉਣਗੇ, ਯਾਦ ਵੀ ਬੰਦਾ ਸੰਸਾਰ ਤੇ ਆਇਆ। ਨੈਣੇ ਦੇਖਦੇ ਇਹੋ ਜੱਗ जाई, अखा नाल वेखदा संसार तुरिया जांदा है। मर्ज कहते लाज ना मरो कहो घर मेरा, असीं सारी गल कहते हैं। अंत की पार नहीं कछ तेरा, सवाल तेरा कुछ नहीं है। महाराज ने वचन कहे अनक जतन कर काया पाली, मरती बार अगन संग, अनेका जतन करके काया नूं पालिया सी। कोई काया नूं पालण वास्ते ज़्यादा खा रहा, कोई खा ही नहीं रहा मेरी काया का कोई तो ज़्यादा खा गया कि मेरी काया ठीक हो जाए, कोई कहता छड्या मेरी काया ठीक हो गई है। वो डॉक्टर कहते भाई सुक्का प्रसादा, वो आम चोपड़ा प्रसादा, बस दाल वो भी तड़के तो बगैर, तड़के तो बगैर ही कह देते, वो रस लागे होता शरीर, तो कई बहुता खा दे मेरा शरीर ठीक रहे। अनक जतन कर काया पाली, अनेका जतन करके असीं काया नूं साम्भिया होया। पर महाराज कहते जी मौत की गल है ना, अनक जतन नहीं हो सकता। आ पिछले दिनों पिछले समय जोड़े प्लेयर ने ना कबड्डी के जो होर भी उन्होंने किसी को अटैक होया, किसी को जिन्ने बॉडी को पालन वाले गए तो उन्हें मेरे खिलाफ बंदा कई बार मेरे वर्गा बंदा ना करता भी असीं ज़्यादा बैठ के पैंती है, खाते ज़्यादा है, वर्जिश कोई नहीं है, तो कोई भावना ना वापर जो माइंड से गल नहीं कितने कितने रही है भी अंदर नसां कोई जिंदा जम्मिया होएगा। वो एक ना एक मेरे 4 साल हो गए है, कपड़ा बेचने का शरीर आता ही माजे को, कोई 40-45 किलोमीटर रोज का साइकिल चलाता है, शरीर भी बिल्कुल सादा, तो सुते पे रात है सुते पे। महाराज ने यही तो गल कही भी शरीर का हंकार ना करें। दास ने बेनती इतनी शुरू की, हो सकता है जिन्होंने आप समझते होइए भी ये थोड़े दिन कटेगा, वो 10 साल कढ़ दे, कोल बैठा जो दूसरा मरीज तो पहला कोल बैठा मरीज भी वो देख रेख करने वाले संसार को करते। पिछे जो खबर आई सी लुधियाने की कोई हार्ट की स्पैशलिस्ट डॉक्टर सी,
ਤੇ ਆਪਣੀ ਕੁਰਸੀ ਤੇ ਬੈਠਿਆ ਹਸਪੀਟਲ ਦੇ ਵਿੱਚ ਹੀ ਉਹਦਾ ਕੋਈ ਦਿਲ ਦਾ ਦੌਰਾ ਪੈ ਜਾਂਦਾ ਹੈ। ਹਾਰਟ ਦੀ ਸਪੈਸ਼ਲਿਸਟ ਉਸ ਡਾਕਟਰ ਨੂੰ ਉੱਥੇ ਦਿਲ ਦਾ ਦੌਰਾ ਪੈ ਜਾਂਦਾ ਹੈ ਹਸਪੀਟਲ ਦੇ ਅੰਦਰ ਹੀ। ਮਹਾਰਾਜ ਕਹਿੰਦੇ ਕਾਇਆ ਦਾ ਹੰਕਾਰ ਨਹੀਂ ਕਰਨਾ, ਅਣਕ ਯਤਨ ਕਰ ਕਾਇਆ ਪਾਲੀ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਣਕ ਯਤਨ ਨਹੀਂ ਹੋ ਛੁਟਾਵਾ ਬਹੁਤ ਸਿਆਣ ਪਾਗਲ ਪਾਦਾ। ਯਤਨ ਜਿੰਨੇ ਮਰਜ਼ੀ ਕਾਇਆ ਨੂੰ ਸਾਂਭਣ ਦੇ ਕਰਦਾ, 6 ਮਹੀਨੇ ਬਾਅਦ ਟੈਸਟ ਕਰਾਓ ਜੀ ਬੋਡੀ ਦੇ ਉਹ ਰੱਬ ਨੇ ਜਿਹਨੂੰ ਸਮਾਂ ਜਿੰਨਾ ਦਿੱਤਾ ਹੈ। ਹਾਂ ਸਰੀਰ ਤੰਦਰੁਸਤ ਰਵੇ, ਯਤਨ ਸਾਨੂੰ ਟੈਸਟ ਵੀ ਕਰਾਉਣੇ ਚਾਹੀਦੇ ਹੈ, ਖਾਣ ਪੀਣ ਦਾ ਪਰਹੇਜ਼ ਵੀ। ਪਰ ਜਿੱਦਣ ਕਾਇਆ ਨੇ ਜਾਣਾ ਨਾ ਉਹ ਤੇ ਜਿਹੜੀ ਬੜੀ ਸਾਂਭੀ ਹੋਈ ਕਾਇਆ ਨੂੰ ਮਿਲ ਜਾਂਦੀ ਹੈ। ਚਾਰ ਬੰਦਿਆਂ ਨੂੰ ਚੁੱਕਣਾ ਵੀ ਕਈ ਵਾਰੀ ਸਰੀਰ ਔਖਾ ਹੋ ਜਾਂਦਾ ਹੈ। ਉਹ ਕਾਇਆ ਨਹੀਂ ਕਿਸੇ ਨੂੰ ਸਾਂਭੀ, ਸਰੀਰ ਇਹਨਾਂ ਨੂੰ ਸਾਂਭਿਆ ਹੁੰਦਾ। ਮਰ ਕਹਿੰਦੇ ਮਰਤੀ ਬਾਦ ਅਗਨ ਸੰਗ ਜਾਂਦੀ, ਫਿਰ ਨੂੰ ਫਿਰ ਅੱਗ ਦੇ ਵਿੱਚ ਜਾਂਦੀ ਉਹ ਹੋਰ ਤੇ ਕਿਸੇ ਕੰਮ ਨਹੀਂ ਆਉਂਦੀ। ਚੂਆ ਚੰਦਨ ਮਰਦਨ ਅੰਗਾ ਸੋ ਤਨ ਜੜੇ ਕਾਟ ਕੇ। ਜਿਹੜਾ ਚੂਆ ਚੰਦਨ ਮਰਦਨ ਅੰਗਾ ਪਰਫਿਊਮ ਲਾਉਣੇ ਹੱਥ ਦੇ ਉੱਪਰ ਕੱਪੜੇ ਸੁੱਟੇ ਪਾਏ, ਮਰਦ ਕਹਿੰਦੇ ਸੋ ਤਨ ਜੜੇ, ਉਹ ਤਨ ਫਿਰ ਇੱਕ ਦਿਨ ਜਾਂਦਾ ਕਾਠ ਕੇ ਕਾਠ ਲੱਕੜ ਨੂੰ ਕਹਿੰਦੇ ਲੱਕੜਾਂ ਦੇ ਵਿੱਚ ਪੈ ਗਏ। ਇਹੋ ਤਨ ਹੋਏ ਕੋ ਭਸਮ ਕੀ ਢੇਰੀ। ਮਹਾਰਾਜ ਨੇ ਅੱਜ ਬਚਨ ਕਹੇ ਝੂਠੇ ਮਾਨ ਕਹਾਂ ਕਰੈ, ਕੱਲ ਅੱਜ ਗਰਭ ਕਰਤ ਹੈ ਦੇਹ ਕੋ। ਸਰੀਰ ਦਾ ਕੀ ਹੰਕਾਰ ਕਰਨਾ ਹੈ। ਦਸ ਜਿਹੜੀ ਬੇਨਤੀ ਕਰਨ ਲੱਗਾ ਸੀ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਕਹਿੰਦੇ ਮੇਰੀ ਮੇਰੀ ਕਰਕੇ ਤੁਰ ਕੇ ਦੁਰਯੋਧਨ ਭਰਾ ਸੀ ਕੈਰੋਂ ਦਾ। 12 ਯੋਜਨ ਸ਼ਤਰ ਚੱਲੇ ਥਾ, 12 ਯੋਜਨ 48 ਕੋ 4 ਕੋ ਦਾ ਇੱਕ ਯੋਜਨ ਹੁੰਦਾ ਹੈ। ਕਹਿੰਦੇ ਜਿਨ੍ਹਾਂ ਦੇ ਸ਼ਤਰ ਝੁੱਲਦਾ ਸੀ ਦੇਹ ਹੀ ਗਿਰਜਨ ਖਾਈ। ਕਹਿੰਦੇ ਸੰਸਕਾਰ ਕਰਨ ਵਾਲਾ ਕੋਈ ਨਹੀਂ ਬਚਿਆ, ਦੇਹਾਂ ਨੂੰ ਗਿਰਜਾ ਨੇ ਖਾਦਾ। ਚਲੋ ਕਈ ਅਰਥ ਕਰ ਲਓ ਪੱਥਰ ਦੇ ਹੋ ਕੇ ਨਹੀਂ ਖਾਦਾ, ਪਰ ਜਿਹੜੇ ਅਸਲੀ ਦਾਸ ਨੇ ਅਰਥ ਪੜ੍ਹੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਕਹਿੰਦੇ ਵੀ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ ਬਚਿਆ, ਜਿਨ੍ਹਾਂ ਦੇ ਪਿੱਛੇ 48 ਕੋ ਫੌਜ ਚੱਲਦੇ ਹੈ ਤੇ ਫਿਰ ਗਿਰਜਾ ਨੇ ਖਾਦਾ ਜੀ ਸਰੀਰਾਂ। ਕਈ ਵਾਰੀ ਇਹੋ ਜਿਹੀ ਇੰਨੀ ਮੌਤ ਹੋ ਜਾਂਦੀ ਸੀ ਗਿਰਜਾ ਵੀ ਨਹੀਂ ਸੀ ਖਾ ਸਕਦੀਆਂ ਸਰੀਰਾਂ ਨੂੰ। ਜਦੋਂ ਇਹਦੇ ਮਹਾਰਾਜ ਨੇ ਕਹਿ ਦਿੱਤਾ ਨਾ ਵੀ ਸਰੀਰਾਂ ਨੂੰ ਗਿਰਜਾ ਨੇ ਖਾ ਲਿਆ, ਇੰਨੀ ਫੌਜ ਪ੍ਰਾਤਨ ਸਨ ਮਹਾਂਭਾਰਤ ਰਮਾਇਣ ਦਾ ਯੁੱਧ, ਇੰਨੀ ਫੌਜ ਮਰਦੀ ਸੀ ਗਿਰਜਾ ਨੂੰ ਕਿੰਨਾ ਕੁ ਪਾਸ ਕਰ ਦਿੰਦੀ। ਮਰਜ਼ ਕਹਿੰਦੇ ਬੰਦਿਆ ਤਨ ਦਾ ਹੰਕਾਰ ਨਾ ਕਰ, ਇੱਕ ਦਿਨ ਤੈਨੂੰ ਜਾਣਾ ਪੈਣਾ। ਬੜੇ ਇੱਥੇ ਆਏ ਜਿਹੜੇ ਕਹਿੰਦੇ ਸੀ ਮਰਨਾ ਹੀ ਨਹੀਂ ਕਦੇ, ਉਹ ਚਲੇ ਗਏ ਸੰਸਾਰ ਤੋਂ, ਉਹਨਾਂ ਨੂੰ ਜਾਣਾ ਪਿਆ। ਮਰਜ਼ ਕਹਿੰਦੇ ਹੈ ਕਿ ਕਾਹੇ ਦੇ ਨਾਲ ਗਰਭ ਕਰਤ ਹੋ ਬਿਨ ਸਜਾਏ ਝੂਠੀ ਗਈ। ਇਹ ਦੇਹ ਝੂਠੀ ਹੈ, ਸਰੀਰ ਝੂਠਾ ਹੈ। ਇੱਕ ਦਿਨ ਭੁੱਖਾ ਦੇਣਾ ਤੁਰੇ ਜਾਂਦੇ ਆ, ਸਰੀਰ ਡਿੱਗ ਪੈਂਦਾ, ਸਤੇ ਨਹੀਂ ਦੀ ਉੱਠ ਕੇ ਫਿਰ ਖੜਾ ਹੋ, ਸਵਾਸ ਨਾਲ ਦੀ ਨਾਲ ਨਿਕਲ ਪੈਂਦਾ। ਮਰਜ਼ ਕਹਿੰਦੇ ਗਰਭ ਕਰਤ ਹੈ ਦੇਹ ਕੋ ਬਿਨ ਸੇ ਸ਼ਿਰ ਮੈਂ ਗੀਤ। ਬੰਦਿਆ ਦੇਹ ਦਾ ਸਰੀਰ ਦਾ ਹੰਕਾਰ ਨਾ ਕਰ, ਬਿੜਸਣ ਲੱਗਿਆ ਇੱਕ ਸਕਿੰਟ ਵੀ ਨਹੀਂ ਲੱਗਣਾ, ਇੱਕ ਛਿੜ ਵੀ ਨਹੀਂ ਲੱਗਣਾ ਹੈ। ਮਰਦ ਕਹਿੰਦੇ ਜਿਸ ਪ੍ਰਾਣੀ ਨੇ ਹਰ ਜਸ ਪਇਓ, ਰੱਬ ਦਾ ਨਾਮ ਗਾ ਲਿਆ, ਜਸ ਗਾਇਆ, ਜਾਂ ਆਪਾਂ ਬਾਣੀ ਪੜ੍ਹੀ ਕਹਿ ਸਕਦੇ ਹਾਂ, ਵਾਹਿਗੁਰੂ ਦਾ ਸਿਮਰਨ ਕੀਤਾ, ਮੂਲ ਮੰਤਰ ਦਾ ਅਭਿਆਸ ਕੀਤਾ, ਗੁਰੂ ਮੰਤਰ ਦਾ ਅਭਿਆਸ ਕੀਤਾ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ, ਜਿਨ੍ਹਾਂ ਨੇ ਰਾਮ ਰਾਮ ਕਿਹਾ, ਜਿਨ੍ਹਾਂ ਨੇ ਅੱਲਾਹ ਦਾ ਜਪਿਆ, ਜਿਹਨੇ ਵਾਹਿਗੁਰੂ ਦਾ ਜਸ ਗਾਇਆ, ਉਹ ਜਸ ਕਿਸੇ ਨੂੰ ਕੁਝ ਵੀ ਹੋ ਸਕਦਾ। ਕਿਸੇ ਧਰਮ ਦੀ ਨਿੰਦਿਆ ਨਹੀਂ ਸੀ ਕਰਨੀ, ਕਿਉਂਕਿ ਮੰਜ਼ਿਲ ਇੱਕ ਹੈ, ਦਿੱਲੀ ਪਹੁੰਚਣਾ, ਕੋਈ ਸਾਈਕਲ ਤੇ ਜਾਏ, ਕੋਈ ਮੋਟਰਸਾਈਕਲ ਤੇ, ਕੋਈ ਗੱਡੀ ਤੇ, ਕੋਈ ਟ੍ਰੇਨ ਤੇ, ਕੋਈ ਪਲੇਨ ਤੇ ਜਾਣਾ ਤੇ ਦਿੱਲੀ ਹੈ। ਮੰਜ਼ਿਲ ਤੇ ਕੀ ਸਾਧਿਆ ਸੀ। ਹਾਂ ਵਾਟ ਅਲੱਗ ਅਲੱਗ ਹੋ ਸਕਦੀ, ਰਸਤਾ ਅਲੱਗ ਅਲੱਗ ਹੋ ਸਕਦਾ, ਕਿਸੇ ਦਾ ਚੰਗਾ ਤੇ ਕਿਸੇ ਦਾ ਮਾੜਾ, ਵਹੀਕਲ ਅਲੱਗ ਅਲੱਗ ਹੋ ਸਕਦਾ। ਰਾਮ ਕਹਿਣ ਵਾਲੇ ਵੀ ਤੇ ਉਹਦੇ ਕੋਲ ਪਹੁੰਚਦੇ ਜਿਹਨੇ ਸੰਸਾਰ ਨੂੰ ਪੈਦਾ ਕੀਤਾ, ਅੱਲਾਹ ਕਹਿਣ ਵਾਲੇ ਕੋਲ, ਵਾਹਿਗੁਰੂ ਕਹਿਣ ਵਾਲੇ ਕੋਲ ਮੰਜ਼ਿਲ ਤੇ ਹੀ ਹੈ। ਮਹਾਰਾਜ ਕਹਿੰਦੇ ਜਿਹਨੇ ਉਸ ਪਰਮਾਤਮਾ ਦਾ ਜਸ ਗਾਇਆ, ਪਰਮਾਤਮਾ ਦੀ ਬੰਦਗੀ ਕੀਤੀ ਹੈ, ਮਹਾਰਾਜ ਕਹਿੰਦੇ ਉਹ ਜਗ ਨੂੰ ਜਿੱਤ ਲੈਂਦਾ ਹੈ। ਜਗ ਕਦੋਂ ਜਿੱਤਿਆ ਜਾਂਦਾ? ਜਦੋਂ ਮਨੁੱਖ ਆਪਣੇ ਆਪ ਨੂੰ ਜਿੱਤਦਾ ਹੈ। ਇੱਥੇ ਜਗ ਜੀਦਾ ਤੇ ਜਗ ਦੇ ਮੋਹ ਨੂੰ ਜਿੱਤ ਲੈਂਦਾ ਮਨੁੱਖ। ਜਪਜੀ ਸਾਹਿਬ ਮਹਾਰਾਜ ਨੇ ਬਚਨ ਕਿਹਾ, ਜਗ ਜਿੱਤਣਾ ਆਪਣੇ ਆਪ ਨੂੰ ਜਿੱਤਣਾ, ਆਪਣੇ ਮਨ ਨੂੰ ਜਿੱਤਣਾ ਹੈ। ਮਨ ਜੀਤੇ ਜਗ ਜੀਤ। ਵੈਸੇ ਸਿਕੰਦਰ ਵਰਗਿਆਂ ਨੇ ਜਗ ਨੂੰ ਜਿੱਤਿਆ, ਆਪਣੇ ਆਪ ਨੂੰ ਜਿੱਤਣਾ ਬੜਾ ਔਖਾ ਹੈ। ਵੀ ਆਪਣੇ ਫੁਰਨਿਆਂ ਤੇ ਕੰਟਰੋਲ ਕਰ ਲੈਣਾ, ਆਪਣੇ ਅੰਦਰ ਬੈਠੇ ਮੋਹ ਨੂੰ ਜਿੱਤ ਲੈਣਾ, ਪੰਜ ਪ੍ਰਕਾਰਾਂ ਨੂੰ ਜਿੱਤ ਲੈਣਾ ਸਭ ਤੋਂ ਔਖਾ ਹੈ। ਦੇਸ਼ ਜਿੱਤਣੇ ਕੋਈ ਔਖੇ ਨਹੀਂ ਹੈ, ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ ਹੈ।
ਜਿਹੜਾ ਆਪਣੇ ਆਪ ਨੂੰ ਜਿੱਤ ਲੈਂਦੇ ਮਹਾਰਾਜ ਕਹਿੰਦੇ ਉਹ ਸੰਸਾਰ ਦੀ ਫਤਿਹ ਪਾਉਂਦਾ ਹੈ। ਵੈਸੇ ਨਾ ਮਨੁੱਖ ਆਪਣੇ ਆਪ ਨੂੰ ਕਮਜ਼ੋਰ ਬੜਾ ਸਮਝਦਾ ਹੈ। ਮੈਂ ਇੱਕ ਦਿਨ ਸਿਕੰਦਰ ਬਾਰੇ ਪੜ੍ਹ ਰਿਹਾ, ਚਲੋ ਬਹੁਤ ਵਾਰੀ ਦਾਸ ਨੇ ਆਪ ਜੀ ਨਾਲ ਗੱਲ ਸਾਂਝੀ ਵੀ ਕੀਤੀ ਹੈ। ਤੇ ਉਹ ਰਾਈਟਰ ਨੇ ਲਿਖਿਆ, ਉਹ ਕਹਿੰਦਾ ਤੁਸੀਂ ਸਿਕੰਦਰ ਨੂੰ ਬਾਦਸ਼ਾਹ ਮੰਨਦੇ ਹੋ, ਕਹਿੰਦੇ ਤੁਸੀਂ ਸਿਕੰਦਰ ਨਾਲੋਂ ਵੱਡੇ ਬਾਦਸ਼ਾਹ ਹੋ। ਉਹ ਜਦੋਂ ਮੈਂ ਉੱਪਰੋਂ ਪੜ੍ਹਿਆ ਮੈਨੂੰ ਗੱਲ, ਮੈਂ ਕਿਹਾ ਵੀ ਸਿਕੰਦਰ ਨਾਲੋਂ ਵੱਧ ਬਾਦਸ਼ਾਹ ਕਹਿੰਦੇ ਉਹਨੇ ਕਈ ਦੇ ਦਿੱਤੇ। ਉਹ ਬੜੇ ਪਿਆਰੇ ਉਹਨੇ ਅਗਲੇ ਬੋਲ ਕੇ ਕਹਿੰਦੇ ਸਿਕੰਦਰ ਨਾਲੋਂ ਵੱਧ ਸਹੂਲਤਾਂ ਤੁਸੀਂ ਮੰਨ ਰਹੇ ਹੋ। ਸਿਕੰਦਰ ਬਾਦਸ਼ਾਹ ਤੋਂ ਸਹੂਲਤਾਂ ਨਹੀਂ ਮਾਣੀਆਂ ਜਿਹੜੀਆਂ ਤੁਸੀਂ ਮੰਨ ਰਹੇ ਹੋ। ਉਹਨੇ ਬੜੇ ਡਿਟੇਲ ਨਾਲ ਲਿਖਿਆ, ਕਹਿੰਦਾ ਜੀ ਸਿਕੰਦਰ ਬਾਦਸ਼ਾਹ ਦੇ ਕੋਲ ਟੱਚ ਮੋਬਾਈਲ ਨਹੀਂ ਸੀ, ਤੁਹਾਡੇ ਕੋਲ ਹੈ। ਇਹਦਾ ਮਤਲਬ ਤੁਸੀਂ ਸਿਕੰਦਰ ਬਾਦਸ਼ਾਹ ਤੋਂ ਵੱਡੇ ਹੋ। ਸਿਕੰਦਰ ਬਾਦਸ਼ਾਹ ਨੇ ਕਿਸੇ ਨੂੰ ਸੜਿਆ ਭੇਜਣਾ ਸੀ, ਉਹਦੇ ਕੋਲ ਕਬੂਤਰ ਸੀ, ਤੁਸੀਂ ਇੱਕ ਸਕਿੰਟ ਸੜਿਆ ਜਿਹਨੂੰ ਮਰਜ਼ੀ ਦੇਸ਼ਾਂ ਚ ਲਾ ਸਕਦੇ ਹੋ। ਇਹਦਾ ਮਤਲਬ ਸਿਕੰਦਰ ਨਾਲੋਂ ਵੱਧ ਸਹੂਲਤਾਂ ਤੁਹਾਡੇ ਕੋਲ ਨੇ। ਸਿਕੰਦਰ ਬਾਦਸ਼ਾਹ ਨੇ ਘੋੜਿਆਂ ਤੇ ਜਾ ਕੇ ਦਾ ਕਿਸ ਤਰ੍ਹਾਂ, ਹੁਣ ਮੰਨ ਲਓ ਸਿਕੰਦਰ ਬਾਦਸ਼ਾਹ ਨੇ ਇੱਥੋਂ ਅੰਮ੍ਰਿਤਸਰ ਦਾ ਪੈਂਡਾ ਕੁਝ ਸਮੇਂ ਤੈਅ ਕਰਨਾ ਹੈ, ਉਹ ਘੋੜੇ ਤੇ ਜਾਏਗਾ, ਕਿੰਨੇ ਘੰਟੇ ਲੱਗਣਗੇ, ਔਰ ਘੋੜੇ ਦਾ ਸਫ਼ਰ ਸੌਖਾ ਵੀ ਕੋਈ ਨਹੀਂ ਹੁੰਦਾ ਹੈ। ਤੇ ਸਿਕੰਦਰ ਨਾਲੋਂ ਵੱਧ ਸਹੂਲਤ ਹੈ ਵੀ ਹੁਣ ਕੋਈ ਗੱਡੀ ਤੇ ਜਾਏ, ਇੱਥੋਂ 1 ਘੰਟੇ ਦਾ ਰਸਤਾ ਹੈ, 120 ਕਿਲੋਮੀਟਰ ਹੈ। ਚਲੋ ਗੱਡੀ ਦੇ ਹਿਸਾਬ ਨਾਲ ਜੇ ਗੱਡੀ ਉਹੋ ਜਿਹੀ ਘੰਟੇ 'ਚ ਵੀ ਜਾ ਸਕਦੀ, ਚਲੋ 2 ਘੰਟੇ ਵੀ ਲੱਗ ਸਕਦੇ, 1.5 ਘੰਟੇ 'ਚ ਵੀ। ਹੁਣ ਆਮ ਮਨੁੱਖ ਜਿਹੜਾ ਅੱਜ ਦਾ ਮਨੁੱਖ ਉਹ 1.5 ਘੰਟੇ 'ਚ ਰਸਤਾ ਤੈਅ ਕਰਦਾ ਹੈ, ਸਿਕੰਦਰ ਬਾਦਸ਼ਾਹ 10 ਘੰਟੇ 'ਚ ਰਸਤਾ ਤੈਅ ਕਰਨਾ ਸੀ। ਇਹਦਾ ਮਤਲਬ ਅਸੀਂ ਸਿਕੰਦਰ ਬਾਦਸ਼ਾਹ ਨਾਲੋਂ ਵੱਡੇ ਹਾਂ। ਜਿਹੜੀਆਂ ਸਹੂਲਤਾਂ ਉਸ ਕੋਲ ਨਹੀਂ ਸਨ ਉਹ ਸਾਡੇ ਕੋਲ ਨੇ। ਇਹੀ ਤੇ ਮਾਰੇ ਲਿਖਿਆ, ਜੋ ਸੁਖ ਪ੍ਰਭ ਮਿਲ ਕੀ ਸੇਵਾ ਸੋ ਸੁਖ ਰਾਜ ਨਾ। ਰਾਜਿਆਂ ਕੋਲ ਸੁਖ ਨਹੀਂ ਸੀ ਜਿਹੜਾ ਸੁਖ ਅਸੀਂ ਪ੍ਰਾਪਤ ਕਰ ਸਕਦੇ ਹਾਂ। ਔਰ ਜ਼ਰੂਰੀ ਨਹੀਂ ਕੋਈ ਰਾਜ ਪ੍ਰਾਪਤ ਕਰਕੇ ਸੁਖੀ ਹੁੰਦਾ ਹੈ। ਇੱਛਾ ਸੋਚ ਸਾਡੀ ਸਾਰਿਆਂ ਦੀ ਇਹੀ ਹੈ ਵੀ ਸ਼ਾਇਦ ਮੈਨੂੰ ਆਪ ਕਿਤੇ ਨੌਕਰੀ ਮਿਲ ਜਾਏ, ਮੈਂ ਬੜਾ ਸੁਖੀ ਆ। ਜਿੱਥੋਂ ਅਸੀਂ ਸੁਖੀ ਹੋਣਾ ਉਹਦੇ ਨਾਲ ਅਸੀਂ ਕਦੇ ਜੁੜਨ ਦੀ ਗੱਲ ਨਹੀਂ ਕਰਦੇ। ਚਾਹੀਦਾ ਹੈ ਸਾਡਾ ਗੁਜ਼ਾਰਾ ਚੱਲਣਾ ਚਾਹੀਦਾ, ਕੋਈ ਵਿਦੇਸ਼ ਜਾਂਦਾ, ਕੋਈ ਨੌਕਰੀ ਦੀ ਭਾਲ 'ਚ ਹੈ, ਕੋਈ ਕੁਝ ਵੀ ਹੈ, ਪਰ ਮਹਾਰਾਜ ਕਹਿੰਦੇ ਸਾਰਾ ਜੰਜਾਲ ਹੈ। ਅੱਜ ਠੀਕ ਠਾਕ ਨੌਕਰੀ 10 ਰੁਪਏ ਹੋਰ ਉਹਦੇ 'ਚੋਂ ਨਿਕਲ ਨਹੀਂ ਸਕਦੇ, ਇਸ ਪਾਸੇ ਨੂੰ ਮੁੜਨਾ ਚਾਹੇ ਅੱਜ ਵੀ ਮੁੜ ਸਕਦਾ ਹੈ। ਤੇ ਜੇ ਤੂੰ ਆਖੇ ਨਾ ਵੀ ਮੈਨੂੰ ਇੰਨੀਆਂ ਸਹੂਲਤਾਂ ਮੈਨੂੰ ਫਿਰ ਜਪਾਂਗਾ, ਜਪਣਾ ਤਾਂ ਫਿਰ ਵੀ ਕੋਈ ਨਹੀਂ ਹੈ। ਕੋਈ ਹੁਣ ਕਵੇ ਬਾਦਸ਼ਾਹ ਨੂੰ ਪ੍ਰਾਪਤ ਕਰਕੇ ਮੈਂ ਰੱਬ ਦੀ ਬੰਦਗੀ ਕਰਾਂਗਾ, ਜੇ ਹੋਰ ਨਹੀਂ ਕਰਦਾ ਤਾਂ ਬਾਦਸ਼ਾਹ ਬਣ ਕੇ ਵੀ ਨਹੀਂ ਕਰਨੀ ਹੈ। ਜੇ ਹੋਰ ਨਹੀਂ ਜੁੜਿਆ ਫਿਰ ਤੂੰ ਬਾਦਸ਼ਾਹ ਬਣਨ ਤੋਂ ਬਾਅਦ ਨਹੀਂ ਜੁੜਨਾ। ਅਸੀਂ ਸਾਰੀ ਜ਼ਿੰਦਗੀ ਇਸ ਤਰੀਕੇ ਨਾਲ ਹੀ ਨਿਭਾ ਦਿੰਦੇ ਹਾਂ ਵੀ ਮੇਰਾ ਆਹ ਇੱਕ ਵਾਰੀ ਹੋ ਜਾਏ ਬਸ ਫਿਰ ਮੈਂ ਜੁੜਦਾ ਨਾ, ਫਿਰ ਜੁੜਦਾ, ਇਸ ਤਰ੍ਹਾਂ ਹੀ ਲੱਗਦੀ ਹੈ, ਜੁੜਦਾ ਨਹੀਂ ਬੰਦਾ। ਮਹਾਰਾਜ ਕਹਿੰਦੇ ਦੂਸਰਿਆਂ ਨੂੰ ਜਿੱਤਣ ਦੀ ਬਜਾਏ ਮੈਂ ਤੂੰ ਆਪਣੇ ਆਪ ਨੂੰ ਜਿੱਤ। ਤੇ ਜਿੱਤੇਗਾ ਕਿਵੇਂ? ਜੇ ਪ੍ਰਾਪਤੀ ਹਾਲ ਦੱਸ ਪਾਇਓ, ਜਿਸ ਪ੍ਰਾਪਤੀ ਨੇ ਰੱਬ ਦਾ ਨਾਮ ਜਪਿਆ ਜਿੱਤੇਗਾ ਉਹ ਆਪਣੇ ਆਪ ਨੂੰ। ਦੂਸਰਾ ਜਿੱਤ ਨਹੀਂ ਸਕੇਗਾ। ਵਕਾਰ ਜਿੱਤਨੇ ਸੌਖੇ ਨਹੀਂ ਹੈ, ਦੇਸ਼ ਜਿੱਤਨੇ ਸੌਖੇ ਹੈ। ਬੜਿਆਂ ਨੇ ਜਿੱਤੇ, ਕਿੰਨੇ ਰਾਜੇ ਆਏ ਉਹ ਦੂਸਰੀਆਂ ਰਿਆਸਤਾਂ ਦੇ ਕਬਜ਼ੇ। ਔਰੰਗਜ਼ੇਬ ਦੀ ਗੱਲ ਕਰੋ, ਕੋਈ ਉਹਨਾਂ ਨੇ ਆਕੀ ਨਹੀਂ ਛੱਡਿਆ, ਮਰਿਆ ਬੜੇ ਬੁਰੇ ਤਰੀਕੇ ਨਾਲ, ਕੋਈ ਧਰਤੀ ਹੋ ਕੇ ਥੋੜ੍ਹੀ ਗਿਆ ਸੰਸਾਰ। 22 ਲੱਖ ਫੌਜ ਆਪਣੇ ਨਾਲ ਰੱਖਦਾ ਹੈ। ਇੱਧਰੋਂ ਗੁਰੂ ਘਰ 2200 ਘੋੜਸਵਾਰ ਤੇ ਗੁਰੂ ਸਾਹਿਬ ਜੀ 2200 ਘੋੜਸਵਾਰ ਤੇ 22 ਲੱਖ ਫੌਜ ਸੀ। ਹੁਣ ਸ਼ਾਂਤੀ ਕਿਹਦੇ ਵੱਲ ਸੀ? 2200 ਵਾਲੇ ਕੋਲ ਕੇ ਜਾਂ 22 ਲੱਖ ਵਾਲੇ ਕੋਲ? 22 ਲੱਖ ਵਾਲਿਆਂ ਤੋਂ 2200 ਵਾਲਿਆਂ ਦੇ ਅੱਗੇ ਝੁਕਣਾ ਪਿਆ। ਗੱਲ ਤੇ ਮੈਨੂੰ ਨੰਦ ਕਿੱਥੇ ਹੈ? ਕੱਲ ਨਾ ਗੁਰੂ ਹਰਗੋਬਿੰਦ ਮਹਾਰਾਜ ਦਾ ਗੁਰਤਾਗਦੀ ਦਿਵਸ ਸੀ ਤੇ ਉਹ ਆਪਾਂ ਸ਼ਾਹਜਹਾਨ ਦਾ ਪੁੱਤਰ ਬਿਮਾਰ ਹੋ ਗਿਆ, ਦਾਰਾ ਸ਼ਿਕੋ, ਤੇ ਸਾਰੇ ਉਹਨੇ ਵੈਦ ਸੱਦਲੇ ਹਿੰਦੁਸਤਾਨ ਦੇ, ਉਹਨੂੰ ਤੰਦਰੁਸਤੀ ਨਹੀਂ ਕਿਸੇ ਨੇ ਦਿੱਤੀ। ਤੇ ਫਿਰ ਬੇਨਤੀ ਕੀਤੀ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਤੁਸੀਂ ਬਖਸ਼ਿਸ਼ ਕਰੋ। ਤੇ ਮਹਾਰਾਜ ਨੇ ਦਵਾਈ ਦਿੱਤੀ, ਦੁਆ ਕੀਤੀ, ਅਰਦਾਸ ਕੀਤੀ, ਫਿਰ ਉਹ ਤੰਦਰੁਸਤ ਹੋਇਆ। ਇਹਦਾ ਮਤਲਬ ਹੈ ਬਾਦਸ਼ਾਹਤ ਸੁੱਖ ਨਹੀਂ ਹੈ। ਸੁੱਖ ਕਿੱਥੇ ਹੈ? ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ 'ਚ। ਚਲੋ ਥੋੜ੍ਹੀਆਂ ਜਿਹੀਆਂ ਬੇਨਤੀਆਂ ਗੁਰੂ ਹਰਗੋਬਿੰਦ ਮਹਾਰਾਜ ਦੀ ਗੁਰਤਾਗਦੀ ਦਿਵਸ ਦੇ ਸੰਬੰਧ 'ਚ ਆਪਾਂ ਫਿਰ ਅਖੀਰਲੀ ਪੰਕਤੀ ਆਪਣੀ ਪੰਕਤੀ ਦੇ ਵਿਚਾਰ ਕਰਕੇ ਸਮਾਪਤ ਕਰਾਂਗੇ। ਗੁਰੂ ਹਰਗੋਬਿੰਦ ਮਹਾਰਾਜ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ। ਵੇਖੋ ਗੁਰੂ ਜਦੋਂ ਅਸੀਂ ਗੁਰੂ ਘਰ ਦੀ ਗੱਲ ਕਰਦੇ ਨੇ, ਇੱਥੇ ਨਾ ਤਾਂ ਰਿਸ਼ਤੇਦਾਰੀਆਂ ਨਿਭਾਈਆਂ ਜਾਂਦੀਆਂ, ਨਾ ਇੱਥੇ ਕੋਈ ਬਲੱਡ ਰਿਲੇਸ਼ਨ ਦੇਖਿਆ ਜਾਂਦਾ ਹੈ।
ਇਹ ਸਿਰਫ ਦੇਖਿਆ ਜਾਂਦਾ ਵੀ ਕਿਸੇ ਦੇ ਜੀਵਨ 'ਚ ਗੁਣ ਕਿੰਨੇ ਕੁ ਹੈ। ਆਪਾਂ ਬੱਚੀ ਦਾ ਰਿਸ਼ਤਾ ਕਰਨਾ ਹੋਵੇ ਨਾ, ਤੇ ਆਪਾਂ ਚਲੋ ਜਿਹੜਾ ਸਿਆਣਾ ਬੰਦਾ ਉਹਨੂੰ ਸਿਰਫ ਗੁਣ ਵੇਖਦਾ ਹੈ। ਉਹ ਕਹਿੰਦਾ ਮੈਂ ਕਿਸੇ ਲੜਕੇ ਨਾਲ ਰਿਸ਼ਤਾ ਕਰਨਾ, ਮੈਂ ਕੋਈ ਜ਼ਮੀਨ ਨਾਲ ਤਾਂ ਰਿਸ਼ਤਾ ਕਰ ਨਹੀਂ ਗਿਆ। ਚਲੋ ਜੇ ਕਿਸੇ ਕੋਲ ਸਮਝ ਸੋਚੀ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਰਿਸ਼ਤਾ ਕੀਤਾ ਸੀ ਤੇ ਕੋਈ ਨਹੀਂ ਸੀ ਪੁੱਛਿਆ ਘਰ ਕੰਮ ਕਰਦੇ ਕੀ ਕੁਝ ਵੀ, ਹਾਲਾਂਕਿ ਆਪ ਦੀ ਗਰੀਬੀ ਸੀ। ਸਿਆਣਾ ਬੰਦਾ ਵੇਖਦਾ ਬੱਚੀ ਸੁੱਖ ਧਨ ਚ ਨਹੀਂ, ਸਿਆਣਾ ਤਾਂ ਫਿਰ ਉਹਨੂੰ ਕਹੇਗਾ ਕਿ ਜੇ ਜ਼ਮੀਨ ਮੈਂ 20 ਕਿੱਲੇ ਹੀ ਵੇਖ ਲਈ, ਜੋ ਨਸ਼ਾ ਕਰਦਾ ਹੋਇਆ ਤਾਂ 20 ਕਿੱਲੇ ਰੁੜਨ ਲੱਗਾ, ਕੋਈ ਟਾਈਮ ਨਹੀਂ ਹੋ ਲੱਗਦਾ। ਮੇਰੇ ਕੋਲ ਹੁਣ ਇਹੋ ਜਿਹੇ ਉਹ ਨਸ਼ੇ ਆਏ ਨੇ 20 ਕਿੱਲੇ ਦੇ, ਉਹ 20 ਮਹੀਨੇ ਵੀ ਨਹੀਂ ਲੱਗਣ ਦੇਗਾ, ਰੁੜ ਸਕਦਾ। ਉਹ ਪ੍ਰੇਮੀ ਕੋਲੇ ਦੀ ਸਾਡੀ ਆਪਾਂ ਨੇ ਕਈ ਵਾਰੀ ਦਾਸ ਨੂੰ ਬੇਨਤੀ ਕੀਤੀ, ਇੱਕ ਰਾਜਿਆਂ ਦੀ ਤਰ੍ਹਾਂ ਜੀਵਨ ਜਿਉਣ ਵਾਲਾ ਹੀ ਤੇ ਖੀਰ ਨੂੰ ਉਹ ਕੋੜੀ ਹੋ ਕੇ ਉਹ ਸੰਗਤ ਨੇ ਤਰਸ ਕੀਤਾ ਤੇ ਫਿਰ ਉਹ ਜਾ ਕੇ ਬਚਦਾ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਛਾਹ। ਤੇ ਜਿਹੜਾ ਗਿਆਨੀ ਮਨੁੱਖ ਗੁਣ ਵੇਖਦਾ ਹੈ, ਉਹ ਗੁਣ ਵੇਖਦਾ ਹੈ, ਉਹਨੂੰ ਪਤਾ ਹੈ ਸੁੱਖ ਤੇ ਮਨੁੱਖ ਦੇ ਅੰਦਰ ਹੈ। ਸੁੱਖ ਜੇ ਅਸੀਂ ਆਖੀਏ ਬਹੁਤ ਰੁਪਈਏ ਵਾਲੇ ਨਾਲ ਜੁੜਦੀ ਹੈ ਤਾਂ ਉਦੋਂ ਸੁੱਖ ਮਿਲੇਗਾ। ਅੱਜ ਮੇਰਾ ਜਿੰਨਾ ਕਿ ਬਹੁਤੇ ਅਮੀਰ ਬੰਦਿਆਂ ਨੂੰ ਮੈਂ ਵੇਖਦਾ, ਉਹਨਾਂ ਦੇ ਕਦੇ ਕੋਈ ਸ਼ਾਦੀ ਸ਼ੁਦੀ ਕੋਈ ਨਹੀਂ ਹੈ। ਉੱਥੇ ਲੜਨਾ ਝਗੜਨਾ ਮੋਦ ਤੇ ਜਿਹੜੇ ਜਿਹੜੇ ਕਮਾ ਕੇ ਖਾਣ ਬੜੇ ਨੂੰ ਬੜੇ ਆਨੰਦ ਨਾਲ ਕਈ ਦਿੰਦੇ। ਮਹਾਰਾਜ ਨੇ ਵਚਨ ਦੇਖ ਕੇ ਦਿੱਤੇ, ਜਿਸ ਗ੍ਰਹਿ ਮੋਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਬ੍ਰਹਮਤਾ, ਦੋਹੂ ਅਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ। ਪਾਲੀਏ ਹੁਣ ਸੁਖੀ ਦਿੱਲੀ ਤਖਤ ਵਾਲੇ ਨੂੰ ਸੁਖੀ ਤੋਂ ਗੁਰੂ ਹਰਗੋਬਿੰਦ ਮਹਾਰਾਜ ਨੇ ਉਹਨੇ ਤੇ ਕੋਈ ਬਲੱਡ ਰਿਲੇਸ਼ਨ ਕੋਈ ਰਿਸ਼ਤੇਦਾਰੀ ਨਹੀਂ, 5 ਪੁੱਤਰ ਛੱਡੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾ ਕਦੀ ਦੇਣ ਲੱਗੇ। ਹੁਣ ਕਵੀ ਤੇ ਪੁੱਤਰਾਂ ਨੂੰ ਵੈਸੇ ਕੋਈ ਨਹੀਂ, ਪਰ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਇਹਦਾ ਮਤਲਬ ਵੀ ਉਹ ਯੋਗ ਨਹੀਂ ਸਨ। ਜੇ ਗੁਰੂ ਸਾਹਿਬ ਦੀਆਂ ਨਜ਼ਰਾਂ ਦੀ ਆਪਾਂ ਗੱਲ ਕਰੀਏ ਵੀ ਉਹ ਯੋਗ ਨਹੀਂ, ਆਪਣੇ ਪੋਤਰੇ ਨੂੰ ਛੋਟੀ ਜਿਹੀ ਉਮਰ ਗੁਰੂ ਹਰਗੋਬਿੰਦ ਮਹਾਰਾਜ ਦੀ ਕੀਰਤਪੁਰ ਦਾ ਉਹਨਾਂ ਦਾ ਪ੍ਰਕਾਸ਼ ਸੀ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ, ਵੱਡਾ ਧੀਰਮਨ ਸੀ, ਛੋਟੇ ਗੁਰੂ ਹਰਗੋਬਿੰਦ ਮਹਾਰਾਜ ਜੀ ਸਨ। ਤੇ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਦਾਦਾ ਗੁਰੂ ਜੀ ਦੀ ਬੁੱਕਲ 'ਚ ਰਹਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਦਾਦੇ ਪੋਤਰੇ ਦਾ ਬਹੁਤ ਪਿਆਰ ਹੁੰਦਾ। ਉਹ ਨਿੱਕੇ ਜਿਹੇ ਬੱਚੇ ਨੂੰ ਦਾਦਾ ਜੀ ਨੇ ਆਪਣੇ ਬੁੱਕਲ 'ਚ ਬਿਠਾ ਕੇ ਰੱਖਣਾ ਬੜੇ ਪਿਆਰ ਦੇ ਨਾਲ। ਵੀ ਉਹ ਉੱਥੇ ਬਾਗ ਲਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਗੁਰੂ ਹਰਗੋਬਿੰਦ ਮਹਾਰਾਜ ਨਿੱਕੇ ਜਿਹੇ ਸਨ, ਆਪਣੇ ਦਾਦਾ ਜੀ ਨੂੰ ਲੱਭਦੇ ਫਿਰਨਾ, ਪਿੱਛੇ ਦੌੜਨਾ। ਉਹ ਇੱਕ ਵਾਰੀ ਬਾਗ 'ਚ ਆਏ, ਫੁੱਲ ਟੁੱਟ ਜਾਂਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਦਾ। ਮਹਾਰਾਜ ਕਹਿੰਦੇ ਜੇ ਜਾਪਾ ਪਹਿਨਣ ਦਾ ਸ਼ੌਕ ਹੋਵੇ ਨਾ ਤੇ ਇਹਨੂੰ ਸਾਂਭ ਕੇ ਰੱਖਣਾ ਚਾਹੀਦਾ। ਫੁੱਲ ਟੁੱਟ ਗਿਆ ਤੇ ਉਹ ਅੱਜ ਦੀ ਕਮਰ ਕੱਸੇ ਦੀ ਜਿਹੜੀ ਮਰਿਆਦਾ ਨਾ ਇੱਥੋਂ ਹੋਈ। ਫਿਰ ਗੁਰੂ ਹਰਗੋਬਿੰਦ ਮਹਾਰਾਜ ਕਮਰ ਕੱਸਾ ਕਰ ਸਕਦੇ, ਕਹਿੰਦੇ ਜਾਮਾ ਨਹੀਂ ਲਾਉਣਾ, ਕਮਰ ਕੱਸਾ ਜਿਹੜਾ ਉੱਤੇ ਕਰਨ ਲੱਗ ਪਏ। ਤੇ ਮਹਾਰਾਜ ਨੇ ਫਿਰ 2 ਸਾਲ ਪਹਿਲਾਂ ਸਰੀਰ ਛੱਡਣ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਨਹੀਂ ਤੇ ਦੂਸਰੀਆਂ ਜਿਹੜੀਆਂ ਵੀ ਗੁਰਤਾ ਗੱਦੀ ਜਦੋਂ ਵੀ ਦਿੱਤੀ ਗਈ ਉਹ ਸਰੀਰ 'ਚ ਅੱਗ ਲੱਗੀਆਂ ਦਿੱਤੀ ਗਈ। ਪਰ ਛੇਵੇਂ ਪਾਤਸ਼ਾਹ ਨੇ ਉਹ ਪਹਿਲਾਂ ਹੀ ਗੁਰਤਾ ਗੱਦੀ ਜਿਹੜੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਆਪਣਾ ਉੱਤਰਾਧਿਕਾਰੀ ਕਹਿਣਗੇ ਗੁਰੂ ਨਾਨਕ ਸਾਹਿਬ ਦੀ ਜੋਤ ਆਪਣੇ ਪੁੱਤਰ, ਮੇਰੇ 14 ਕੁ ਸਾਲ ਦੀ ਉਮਰ ਸੀ ਜਿੱਦਣ ਗੁਰੂ ਹਰਗੋਬਿੰਦ ਮਹਾਰਾਜ ਨੇ ਗੁਰਤਾ ਗੱਦੀ ਕੀਤੀ। ਉਹ ਗੁਰਤਾ ਗੱਦੀ ਤੇ ਬੈਠਦੇ ਨੇ 2200 ਘੋੜਸਵਾਰ ਦਾਸ ਨੇ ਪਹਿਲਾਂ ਬੇਨਤੀ ਕੀਤੀ, ਬਹੁਤ ਵੱਡੇ ਕਾਰਜ ਕੀਤੇ ਮਹਾਰਾਜ ਨੇ। ਜਿੰਨਾ ਵੀ ਸਮਾਂ 32 ਸਾਲ ਦੀ ਉਮਰ 'ਚ ਮਹਾਰਾਜ ਜੋਤੀ ਜੋਤ ਵੀ ਸਮਾ ਗਏ ਸਨ ਕੀਰਤਪੁਰ ਦੀ ਧਰਤੀ। ਇਹਨਾਂ ਵਿੱਚ ਸਤਿਗੁਰੂ ਦੇ 14 ਗੁਣਾ 28 ਤੇ ਮੇਰੇ ਖਿਆਲ ਵੀ ਉਹ 18 ਸਾਲ ਗੁਰਤਾ ਗੱਦੀ ਤੇ ਰਹੇ। ਮਹਾਰਾਜ ਨੇ ਬਹੁਤ ਵੱਡੇ ਕਾਰਜ ਕੀਤੇ ਸੀ। ਤੇ ਛੇਵੇਂ ਪਾਤਸ਼ਾਹ ਨੂੰ ਕਿਹਾ ਸੀ ਮਹਾਰਾਜ ਫੌਜ ਦੇ ਕੇ ਚੱਲੇ ਹੋ ਕਿ 2200 ਘੋੜਸਵਾਰ ਲੜਨਾ ਵੀ ਹੈ ਕਿਸੇ ਨਾਲ। ਮਹਾਰਾਜ ਕਹਿੰਦੇ ਨੇ ਕਿਤੇ ਜਾ ਕੇ ਬੜਾ ਨਹੀਂ ਕਰਨਾ। ਛੇਵੇਂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਆਪਣੇ ਪੋਤਰੇ ਨੂੰ, ਜੇ ਤੁਹਾਡੇ ਤੇ ਕੋਈ ਚੜ੍ਹਾਈ ਕਰਕੇ ਆਵੇ ਬਖਸ਼ਣਾ ਵੀ ਨਹੀਂ। ਮਹਾਰਾਜ ਨੇ ਕੋਈ ਯੁੱਧ ਨਹੀਂ ਸੀ ਲੜਿਆ ਛੇਵੇਂ ਪਾਤਸ਼ਾਹ ਨੇ, ਲੋੜ ਹੀ ਨਹੀਂ ਪਈ ਮਹਾਰਾਜ ਨੂੰ। ਜੇ ਲੋੜ ਪਈ ਛੇਵੇਂ ਪਾਤਸ਼ਾਹ ਨੂੰ ਉਹਨਾਂ ਨੇ 4 ਲੜੇ, 10ਵੇਂ ਪਾਤਸ਼ਾਹ ਨੂੰ ਲੋੜ ਪਈ ਉਹਨਾਂ ਨੇ 14 ਯੁੱਧ ਲੜੇ। ਪਰ 7ਵੇਂ ਪਾਤਸ਼ਾਹ ਨੇ ਕੋਈ ਯੁੱਧ ਨਹੀਂ ਲੜਿਆ। ਬਹੁਤ ਵੱਡਾ ਦਵਾਖਾਨਾ ਖੋਲ੍ਹਿਆ, ਮਰੀਜ਼ਾਂ ਦਾ ਇਲਾਜ ਹੁੰਦਾ ਸੀ ਬਹੁਤ ਵੱਡੇ ਪੱਧਰ ਤੇ ਦਵਾਈਆਂ ਵੀ ਇਹੋ ਜਿਹੀਆਂ ਜਿਹੜੀਆਂ ਦਿੱਲੀ ਸਰਕਾਰ ਕੋਲ ਬਣੀ। ਦਾਸ ਨੇ ਪਹਿਲਾਂ ਦੇਣੀ ਕਿ ਦਾਰਾ ਸ਼ੁਕਰ ਹਿੰਦੁਸਤਾਨ ਦੇ ਸਾਰੇ ਵੈਦ ਇਕੱਠੇ ਕਰ ਲਏ, ਉਹਨੂੰ ਤੰਦਰੁਸਤੀ ਨਹੀਂ ਮਿਲੀ। ਗੁਰੂ ਹਰਗੋਬਿੰਦ ਮਹਾਰਾਜ ਦੇ ਦਵਾਖਾਨੇ 'ਚ ਦਵਾਈ ਕੇ ਅਰਦਾਸ ਹੋਈ, ਫਿਰ ਉਹ ਜਾ ਕੇ ਤੰਦਰੁਸਤ ਹੋ ਗਏ। ਮਰਜ਼ ਗਰੀਬਾਂ ਦੀ ਬੜੀ ਮਦਦ, ਬੱਚੀਆਂ ਦੇ ਵਿਆਹ ਕਰਦੇ ਨੇ 7ਵੇਂ ਪਾਤਸ਼ਾਹ ਜੀ, ਮਰੀਜ਼ਾਂ ਦਾ ਇਲਾਜ ਕਰਦੇ ਨੇ, ਲੰਗਰ ਦੀ ਸੁਵਿਧਾ ਬੜੀ। ਮਹਾਰਾਜ ਨੇ ਕਿਹਾ ਸੀ ਘਰ ਸਿੱਖ ਦਾ ਘਰ ਲੰਗਰ ਹੋਣਾ ਚਾਹੀਦਾ। ਇੱਕ ਮਾਈ
ਦਾਸ ਨੇ ਇੱਕ ਦਿਨ ਸ਼ਾਮ ਦੇ ਦੀਵਾਨਾਂ 'ਚ ਬੇਨਤੀ ਕੀਤੀ, ਮਹਾਰਾਜ ਕਿਤੇ ਚੱਲੇ ਤੇ ਉਹ ਮਾਈ ਦਾ ਲੜਕਾ ਪੁੱਤਰ ਕੋਲੇ, ਤੇ ਮਹਾਰਾਜ ਦੀ ਉਮਰ ਛੋਟੀ ਸੀ, ਜਿਵੇਂ ਉਹ ਰਾਣੀ ਮੈਣੀ ਕਹਿੰਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਗੋਬਿੰਦ ਰਾਏ ਤੇਰੇ ਵਰਗਾ ਪੁੱਤਰ ਚਾਹੀਦਾ, ਤੇ ਮਹਾਰਾਜ ਬੁੱਕਲ 'ਚ ਬੈਠ ਕੇ ਕਹਿੰਦੇ ਮੇਰੇ ਵਰਗਾ ਤੇ ਫਿਰ ਮੈਂ ਹੀ, ਮੈਨੂੰ ਹੀ ਬਣਾ ਲਓ ਆਪਣਾ ਪੁੱਤਰ। ਮਹਾਰਾਜ ਦੀ ਫਿਰ ਰਿਸ਼ਤੇਦਾਰੀ ਖੀਰ ਤੱਕ ਨਿਭਾਈ ਰਾਣੀ ਮੈਣੀ ਨਾਲ, ਉਹ ਮਾਂ ਨੂੰ ਕਹਿੰਦੇ ਰਹੇ। ਉਹ ਮਹਾਰਾਜ ਨੂੰ ਭਗਵਾ ਰਿਹਾ, ਮਹਾਰਾਜ ਦੀ ਛੋਟੀ ਉਮਰ ਸੀ, ਤੇ ਉਹ ਮਾਈ ਦੀ ਇੱਛਾ ਸੀ ਮਹਾਰਾਜ ਮੇਰੇ ਹੱਥਾਂ 'ਚ ਪ੍ਰਸ਼ਾਦਾ ਛਕਣਾ। ਸਤਵੇਂ ਪਾਤਸ਼ਾਹ ਦਾ ਇੱਕ ਦਿਨ ਮਨ 'ਚ ਇੱਛਾ ਵੀ ਉਹ ਮਿਸੇ ਪ੍ਰਸ਼ਾਦੇ ਤਿਆਰ ਕੀਤੇ, ਬਜ਼ੁਰਗ ਮਾਈ ਉਹ ਚੱਲੀ ਕੀਰਤਪੁਰ ਸਾਹਿਬ ਨੂੰ ਨੇੜੇ ਪਿੰਡ ਸੀ, ਤੇ ਵੀ ਜਾ ਕੇ ਅੱਜ ਗੁਰੂ ਸਾਹਿਬ ਜੀ ਨੂੰ ਕਹਾ ਕਿ ਜੀ ਮੇਰੇ ਹੱਥੋਂ ਪ੍ਰਸ਼ਾਦਾ ਛਕੋ। ਉਹਦੇ ਵਿੱਚੋਂ ਸ਼ਾਇਦ ਉਹਨਾਂ ਨੂੰ ਆਪਣਾ ਪੁੱਤ ਦਿਸਦਾ ਹੋਵੇ, ਕੁਝ ਵੀ, ਜਿਸ ਮਾਂ ਕੋਲ ਕੋਈ ਬੱਚਾ ਨਾ ਹੋਵੇ ਨਾ ਉਹ ਦੂਸਰੇ ਦੇ ਬੱਚਿਆਂ ਤੋਂ ਆਪਣਾ ਪਿਆਰ ਭਾਲਦੀ ਹੈ ਕਿ ਮੇਰੇ ਬੱਚਿਆਂ ਨੂੰ ਮਿਲ ਹੈ, ਉਹਦੇ ਅੰਦਰ ਨੂੰ ਸਕੂਨ ਮਿਲਦਾ, ਉਹਨੂੰ ਸ਼ਾਂਤੀ ਮਿਲਦੀ ਹੈ ਕਿਸੇ ਦੇ ਬੱਚੇ ਨੂੰ ਆਪਣੀ ਬੁੱਕਲ 'ਚ ਬਿਠਾ ਕੇ, ਜਿਹਦਾ ਆਪਣਾ ਬੱਚਾ ਹੁੰਦਾ। ਉਹ ਮਹਾਰਾਜ ਜਦੋਂ ਉਹ ਮਾਈ, ਹੁਣ ਮਹਾਰਾਜ ਘੋੜੇ ਤੇ ਅੱਗੇ 2200 ਘੋੜ ਸਵਾਰ, ਮਾਈ ਸਾਈਡ ਤੇ ਕਹਿੰਦੀ ਲੈ ਅੱਜ ਵੀ ਇੱਛਾ ਪੂਰੀ ਨਹੀਂ ਹੋਣੀ, ਮਹਾਰਾਜ ਤੇ ਕਿਤੇ ਚੱਲੇ, ਮੈਂ ਤੇ ਪ੍ਰਸ਼ਾਦਾ ਲੈ ਕੇ ਮਹਾਰਾਜ ਦਾ ਘੋੜਾ ਘੋੜ ਕੇ ਨਾ ਮਾਈ ਦੇ ਕੋਲ ਆ ਗਏ, ਕਹਿੰਦੇ ਮਾਈ ਹੱਥ 'ਚ ਕੀ ਪਕੜਿਆ ਹੋਇਆ, ਹੁਣ ਮਹਾਰਾਜ ਦੇ ਘਰ ਬਣ ਕੇ ਅੰਦਰ ਨਹੀਂ ਜਾਂਦੇ। ਕਹਿੰਦੀ ਨੇਤਰ ਨਾਲ ਨਮਸਕਾਰ ਕੀਤੀ, ਕਹਿੰਦੀ ਜੀ ਪ੍ਰਸ਼ਾਦੇ ਨੇ ਸੋਚਿਆ ਸੀ ਆਪ ਜੀ ਦੇ ਚਰਨਾਂ 'ਚ ਸੇਵਾ ਕਰਾਂਗੇ, ਆਪ ਜੀ ਕਿਤੇ ਜਾ ਰਹੇ ਹੋ, ਸਤਿਗੁਰੂ ਕਹਿੰਦੇ ਮਾਂ ਬੜੀ ਹੋਈ ਭੁੱਖ ਲੱਗੀ ਹੈ, ਲਿਆਓ ਪ੍ਰਸ਼ਾਦੇ। ਮਹਾਰਾਜ ਨੇ ਘੋੜੇ ਤੇ ਬੈਠੇ ਨਕਾਮਾਂ ਰੱਖੀਆਂ ਘੋੜੇ ਤੇ, ਮਹਾਰਾਜ ਨੇ ਪ੍ਰਸ਼ਾਦੇ ਛਕੇ, ਸਿੱਖ ਹੈਰਾਨ ਹੋ ਗਏ, ਕਹਿੰਦੇ ਮਹਾਰਾਜ ਸਾਹਿਬ ਤੇ ਕਹਿੰਦੇ ਬੜੀ ਸੋਚ ਨਾਲ ਪ੍ਰਸ਼ਾਦਾ ਆਪ ਤੇ ਘੋੜੇ ਤੇ ਬੈਠ ਕੇ ਨਾ ਹੱਥ ਸੋਚੇ ਨਾ ਕੁਝ ਵੀ, ਉਹ ਮਹਾਰਾਜ ਪ੍ਰਸ਼ਾਦਾ ਛਕ ਕੇ ਕਹਿੰਦੇ ਮਾਈ ਤੇਰਾ ਧੰਨਵਾਦ ਬਹੁਤ ਲੱਗੀ। ਸਿੱਖ ਮੂੰਹ ਜੋੜ ਜੋੜ ਗੱਲਾਂ ਕਰਦੇ, ਮਹਾਰਾਜ ਨੂੰ ਐਂ ਨਹੀਂ ਕਰਨਾ ਚਾਹੀਦਾ, ਜੇ ਮਰਿਆਦਾ ਭੰਗ ਕਰ ਲੱਗਦੇ ਨੇ ਮਰਿਆਦਾ ਰੱਖੇਗਾ ਕੌਣ, ਘੋੜੇ ਤੇ ਬੈਠ ਕੇ ਪ੍ਰਸ਼ਾਦਾ ਦੁੱਧ ਜਾਏ। ਹੁਣ ਸਿੱਖਾਂ ਨੇ ਕਿਹਾ ਵੀ ਆਪਾਂ ਕੱਲ੍ਹ ਨੂੰ ਗੁਰੂ ਸਾਹਿਬ ਨੂੰ ਫਿਰ ਪਰਖ ਕਰਕੇ ਮਹਾਰਾਜ ਦੇ ਕੱਲ੍ਹ ਨੂੰ ਸਾਡੇ ਹੱਥੋਂ ਵੀ ਛਕਦੇ ਕਿ ਨਹੀਂ। ਉਹ ਮੇਰੇ ਵਰਗੇ ਜਿਹੜੇ ਪਰਖ ਕਰ ਕੋਲ 4 ਸਰੀਰ ਖੜ ਗਏ, ਮਹਾਰਾਜ ਫਿਰ ਅਗਲੇ ਦਿਨ ਉੱਥੇ ਜਿੱਥੇ ਮਾਈ ਖੜੀ ਸੀ ਤੇ ਉਹ ਆਵਾਜ਼ ਮਾਰ ਕੇ ਕਹਿੰਦੇ ਮਹਾਰਾਜ ਅੱਜ ਵੀ ਭੁੱਖ ਲੱਗੀ ਹੋਵੇ ਪ੍ਰਸ਼ਾਦਾ ਛਕੋ, ਤੇ ਮਹਾਰਾਜ ਕੋਲ ਆਣ ਕੇ ਕਹਿੰਦੇ ਹੋਏ ਤੁਸੀਂ ਕਪੜੇ ਹੋ, ਘੋੜੇ ਤੇ ਬੈਠ ਕੇ ਕੌਣ ਪ੍ਰਸ਼ਾਦਾ ਛਕਦਾ ਹੈ, ਇਹ ਕੋਈ ਪ੍ਰਸ਼ਾਦਾ ਛਕਣ ਦਾ ਟਾਈਮ ਹੈ, ਪ੍ਰਸ਼ਾਦਾ ਬੈਠ ਕੇ ਬੜੀ ਸੁਚਮ ਨਾਲ ਛਕਦਾ ਹੈ। ਉਹ ਸਿੰਘਾਂ ਨੇ ਉਹ ਸਵਾਲ ਕਰਤਾ, ਕਹਿੰਦੇ ਮਹਾਰਾਜ ਕੰਨ ਵੀ ਇੱਥੇ ਹੀ ਛਕਿਆ, ਘੋੜੇ ਤੇ ਹੀ ਛਕਿਆ ਹੈ, ਤੇ ਮਹਾਰਾਜ ਹੱਸ ਕੇ ਕਹਿੰਦੇ ਉਸ ਮਾਈ ਵਾਲੀ ਭਾਵਨਾ ਅੰਦਰ ਲਿਆਓ।